ਸਤਿ ਸ਼੍ਰੀ ਅਕਾਲ ਦੋਸਤੋ, ਲੈ ਕੇ ਹਾਜ਼ਰ ਹਾਂ ਨਵੀਂ ਕਹਾਣੀ। ਵਿਆਹ ਤੋਂ 1 ਸਾਲ ਬਾਅਦ ਮੇਰਾ ਪਤੀ ਇਸ ਦੁਨੀਆ ਤੋਂ ਤੇ ਮੇਰੀ ਜ਼ਿੰਦਗੀ ਤੋਂ ਹਮੇਸ਼ਾ ਲਈ ਦੂਰ ਚਲਾ ਗਿਆ। ਮੇਰੀ ਸੱਸ ਨੇ ਮੇਰਾ ਵਿਆਹ ਆਪਣੇ ਦੋਤੇ ਦੇ ਨਾਲ ਕਰਵਾ ਦਿੱਤਾ। ਉਸ ਦੀ ਉਮਰ 17 ਸਾਲ ਸੀ। ਮੈਂ ਸੋਚਿਆ ਕਿ ਜਿਹਦੇ ਨਾਲ ਮੇਰਾ ਵਿਆਹ ਕਰਦੇ ਆ ਉਹ ਤਾਂ ਅਜੇ ਬੱਚਾ। ਮੇਰਾ ਨਾਮ ਸੀਰਤ ਹੈ। ਬਹੁਤ ਜ਼ਿਆਦਾ ਸੋਹਣੀ ਸੀ। ਮੇਰੀ ਜ਼ਿੰਦਗੀ ਬਹੁਤ ਵਧੀਆ ਚੱਲਦੀ ਪਈ ਸੀ। ਮੈਨੂੰ ਲੱਗਦਾ ਸੀ ਕਿ ਮੇਰੀ ਜ਼ਿੰਦਗੀ ਵਿੱਚ ਕਦੇ ਵੀ ਬੁਰਾ ਹੋ ਹੀ ਨਹੀਂ ਸਕਦਾ, ਕਿਉਂਕਿ ਮੈਂ ਕਦੇ ਕਿਸੇ ਦਾ ਬੁਰਾ ਕੀਤਾ ਨਹੀਂ ਸੀ। ਪਰ ਆਖਿਰ ਹੁੰਦਾ ਉਹੀ ਆ ਜੋ ਕਿਸਮਤ ਨੂੰ ਮਨਜ਼ੂਰ ਹੁੰਦਾ। ਜਦੋਂ ਮੈਂ ਛੋਟੀ ਸੀ ਤੇ ਮੇਰੀ ਮਾਂ ਇੱਕ ਬੰਦੇ ਦੇ ਨਾਲ ਮੈਨੂੰ ਤੇ ਮੇਰੇ ਪਾਪਾ ਨੂੰ ਛੱਡ ਕੇ ਭੱਜ ਗਈ। ਮੇਰੇ ਪਾਪਾ ਘਰ ਵਿੱਚ ਜ਼ਿਆਦਾ ਧਿਆਨ ਨਹੀਂ ਦਿੰਦੇ ਸੀ ਤੇ ਉਹ ਵੀ ਇੱਕ ਆਂਟੀ ਨਾਲ ਵਿਆਹ ਕਰਾ ਕੇ ਉਸ ਨੂੰ ਘਰ ਲੈ ਆਏ। ਜਦੋਂ ਮੈਂ 18 ਸਾਲ ਦੀ ਹੋਈ ਸੀ ਤੇ ਮੈਂ ਘਰ ਦੇ ਸਾਰੇ ਕੰਮ ਕਰਦੀ ਸੀ, ਬੱਚਿਆਂ ਨੂੰ ਟਿਊਸ਼ਨ ਵੀ ਪੜ੍ਹਾਉਂਦੀ ਸੀ। ਇਸ ਲਈ ਸਾਰੇ ਮੈਨੂੰ ਕਹਿੰਦੇ ਸੀ ਕਿ ਤੇਰੇ ਪਾਪਾ ਕਦੇ ਵੀ ਤੇਰਾ ਵਿਆਹ ਨਹੀਂ ਕਰਨਗੇ, ਕਿਉਂਕਿ ਉਹਨਾਂ ਨੂੰ ਤਾਂ ਇੱਕ ਨੌਕਰਾਣੀ ਮਿਲ ਗਈ ਤੇ ਉੱਪਰੋਂ ਤੂੰ 10,000 ਵੀ ਬਣਾ ਲੈਂਦੀ ਆ। ਪਾਪਾ ਜੋ ਵੀ ਕਹਿ ਦਿੰਦੇ ਉਹੀ ਹੁੰਦਾ। 7,000 ਤੋਂ ਲੈ ਕੇ 10,000 ਤੱਕ ਆਰਾਮ ਨਾਲ ਬਣਾ ਲੈਂਦੀ ਸੀ ਮੈਂ। ਮੇਰੀ ਮਤਰੇਈ ਮਾਂ ਮੇਰੇ ਤੋਂ ਪੈਸੇ ਲੈ ਲੈਂਦੀ। ਫਿਰ ਇੱਕ ਦਿਨ ਮੇਰੀ ਮਤਰੇਈ ਮਾਂ ਨੇ ਮੈਨੂੰ ਦੱਸਿਆ, ਤੇਰੇ ਲਈ ਮੁੰਡਾ ਲੱਭ ਲਿਆ। ਤੇ ਮੈਂ ਹੈਰਾਨ ਰਹਿ ਗਈ, ਕਿਉਂਕਿ ਮੈਨੂੰ ਲੱਗਦਾ ਸੀ ਕਿ ਉਹ ਮਜ਼ਾਕ ਕਰਦੀ ਆ। ਪਰ ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਰਿਸ਼ਤਾ ਦੇਖ ਲਿਆ ਤੇ ਪੱਕਾ ਵੀ ਕਰ ਦਿੱਤਾ ਤੇ ਹੁਣ ਤੂੰ ਵਿਆਹ ਦੀਆਂ ਤਿਆਰੀਆਂ ਕਰ ਲੈ। 1 ਮਹੀਨੇ ਦੇ ਅੰਦਰ ਅੰਦਰ ਤੇਰਾ ਵਿਆਹ ਕਰ ਦੇਣਾ। ਮੈਂ ਬਹੁਤ ਹੈਰਾਨ ਸੀ ਤੇ ਅੰਦਰੋਂ ਅੰਦਰੀ ਖੁਸ਼ ਵੀ ਸੀ, ਕਿਉਂਕਿ ਮੇਰੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਆਉਣ ਵਾਲਾ ਸੀ। ਕਿਉਂਕਿ ਮੈਂ ਤਾਂ ਆਪਣੇ ਦਿਲ ਵਿੱਚੋਂ ਇਹ ਗੱਲ ਕੱਢ ਦਿੱਤੀ ਸੀ ਕਿ ਮੇਰਾ ਕਦੇ ਵਿਆਹ ਵੀ ਹੋਵੇਗਾ, ਕਿਉਂਕਿ ਮੈਨੂੰ ਲੱਗਦਾ ਸੀ ਮੇਰੀ ਮਾਂ ਨੇ ਮੇਰਾ ਵਿਆਹ ਨਹੀਂ ਹੋਣ ਦੇਣਾ। ਮੈਂ ਬਹੁਤ ਜ਼ਿਆਦਾ ਖੁਸ਼ ਸੀ ਤੇ ਖੁਸ਼ੀ ਦੇ ਵਿੱਚ ਮੈਂ ਵਿਆਹ ਦੀਆਂ ਤਿਆਰੀਆਂ ਕਰਨ ਲੱਗ ਗਈ। ਵਿਆਹ ਦੀ ਰਾਤ ਬਹੁਤ ਕੁਝ ਹੋਇਆ, ਕਿਉਂਕਿ ਮੈਂ ਆਪਣੇ ਪਤੀ ਨੂੰ ਕਦੇ ਦੇਖਿਆ ਨਹੀਂ ਸੀ। ਸਾਨੂੰ ਲੋਕਾਂ ਦੇ ਵਿੱਚ ਬਿਠਾਇਆ ਗਿਆ, ਪਰ ਮੈਂ ਥੱਲੇ ਨੂੰ ਮੂੰਹ ਕੀਤਾ ਹੋਇਆ ਸੀ, ਕਿਉਂਕਿ ਇੰਨੀ ਹਿੰਮਤ ਕਿੱਥੇ ਹੁੰਦੀ ਆ ਕੁੜੀਆਂ ਵਿੱਚ ਕਿ ਉਹ ਮੂੰਹ ਚੁੱਕ ਕੇ ਆਪਣੇ ਪਤੀ ਨੂੰ ਦੇਖ ਲੈਣ। ਮੈਂ ਵੀ ਨਹੀਂ ਦੇਖਿਆ ਸੀ। ਉਸ ਤੋਂ ਬਾਅਦ ਮੈਂ ਆਪਣੇ ਕਮਰੇ ਵਿੱਚ ਬੈਠੀ ਸੀ ਕਿ ਉਸ ਵੇਲੇ ਮੈਂ ਆਪਣੇ ਪਤੀ ਨੂੰ ਦੇਖਿਆ। ਉਸ ਨਾਲ ਗੱਲਬਾਤ ਕੀਤੀ ਤਾਂ ਮੈਨੂੰ ਉਹ ਬਹੁਤ ਚੰਗਾ ਇਨਸਾਨ ਲੱਗਿਆ। ਉਸ ਦੇ ਘਰ ਵਿੱਚ ਸਿਰਫ ਉਸ ਦੀ ਮਾਂ ਤੇ ਉਸ ਦੀ ਭੈਣ ਸੀ। ਭੈਣ ਦਾ ਇੱਕ ਛੋਟਾ ਜਿਹਾ ਬੱਚਾ ਸੀ ਜਿਸ ਦੀ ਉਮਰ 17 ਸਾਲ ਸੀ। ਮੇਰੇ ਪਤੀ ਨੇ ਮੈਨੂੰ ਦੱਸਿਆ ਕਿ ਮੇਰੀ ਭੈਣ ਦਾ ਮੁੰਡਾ ਮੇਰੇ ਲਈ ਆਪਣੇ ਬੱਚੇ ਦੀ ਤਰ੍ਹਾਂ। ਮੈਂ ਉਸ ਨੂੰ ਬਹੁਤ ਪਿਆਰ ਕਰਦਾ। ਵੈਸੇ ਤਾਂ ਉਸ ਦੀ ਉਮਰ 17 ਸਾਲ ਆ, ਪਰ ਮੇਰੇ ਲਈ ਉਹ ਇਸ ਤੋਂ ਵੀ ਛੋਟਾ। ਮੇਰੇ ਪਤੀ ਨੇ ਮੈਨੂੰ ਦੱਸਿਆ ਕਿ ਜਦੋਂ ਉਹ 2 ਸਾਲ ਦਾ ਸੀ ਤਾਂ ਉਸ ਦੇ ਪਾਪਾ ਇਸ ਦੁਨੀਆ ਤੋਂ ਚਲੇ ਗਏ ਸੀ। ਮੈਂ ਹੀ ਉਸ ਦੀ ਦੇਖਭਾਲ ਕੀਤੀ ਤੇ ਮੈਂ ਉਸ ਨੂੰ ਸੀਨੇ ਨਾਲ ਲਾ ਕੇ ਸਲਾਉਂਦਾ ਸੀ। ਉਦੋਂ ਤੋਂ ਹੀ ਉਹ ਮੇਰੇ ਲਈ ਉੱਦਾਂ ਜਿੱਦਾਂ ਉਹ ਮੇਰਾ ਮੁੰਡਾ। ਮੇਰੀ ਨਨਾਣ ਦੇ ਮੁੰਡੇ ਦਾ ਨਾਂ ਅਰਮਾਨ ਸੀ। ਮੇਰੇ ਪਤੀ ਨੇ ਕਿਹਾ ਸੀ ਤੂੰ ਉਸ ਦਾ ਖਿਆਲ ਰੱਖਣਾ, ਤੇ ਮੈਂ ਆਪਣੇ ਪਤੀ ਨੂੰ ਕਿਹਾ ਤੁਸੀਂ ਚਿੰਤਾ ਨਾ ਕਰੋ, ਮੈਂ ਉਸ ਦਾ ਖਿਆਲ ਰੱਖੂੰਗੀ ਤੇ ਮੈਂ ਉਸ ਨੂੰ ਆਪਣੇ ਛੋਟੇ ਭਰਾ ਦੀ ਤਰ੍ਹਾਂ ਸਮਝੂੰਗੀ। ਵਿਆਹ ਵਾਲੀ ਰਾਤ ਤਾਂ ਐਦਾਂ ਹੀ ਗੁਜ਼ਰ ਗਈ। ਸਵੇਰ ਹੁੰਦਿਆਂ ਹੀ ਮੇਰੀ ਸੱਸ ਨੇ ਕੁਝ ਇੱਦਾਂ ਦਾ ਕਿਹਾ ਕਿ ਮੈਂ ਸ਼ਰਮ ਨਾਲ ਪਾਣੀ ਹੋ ਗਈ ਤੇ ਉੱਥੋਂ ਚਲੀ ਗਈ। ਉਸ ਤੋਂ ਬਾਅਦ ਮੈਂ ਆਪਣੇ ਭਾਣਜੇ ਦੇ ਕੋਲ ਥੋੜੀ ਦੇਰ ਲਈ ਬੈਠੀ। ਮੇਰੀ ਸੱਸ ਨੇ ਮੈਨੂੰ ਕਿਹਾ, ਹੁਣ ਤੂੰ ਤਿਆਰ ਹੋ ਜਾ, ਰੋਜ਼ ਕੋਈ ਨਾ ਕੋਈ ਤੈਨੂੰ ਦੇਖਣ ਵਾਸਤੇ ਆਊਗਾ। ਜੋ ਵੀ ਤੈਨੂੰ ਦੇਖਣ ਵਾਸਤੇ ਆਉਣਗੇ ਉਹ ਤੈਨੂੰ ਮੂੰਹ ਦਿਖਾਈ ਦੇ ਪੈਸੇ ਦੇਣਗੇ, ਉਹ ਮੈਨੂੰ ਦੇ ਦੇਈਂ। ਮੈਂ ਹਾਂ ਵਿੱਚ ਸਿਰ ਹਿਲਾ ਦਿੱਤਾ। ਅਗਲੇ ਦਿਨ ਮੇਰਾ ਭਾਣਜਾ ਮੇਰੇ ਕੋਲ ਬੈਠਾ ਮੇਰੇ ਨਾਲ ਹਾਸਾ ਮਜ਼ਾਕ ਕਰ ਰਿਹਾ ਸੀ। ਮੈਨੂੰ ਉਸ ਦੀਆਂ ਗੱਲਾਂ ਕੁਝ ਅਜੀਬ ਜਿਹੀਆਂ ਲੱਗੀਆਂ। ਭਾਵੇਂ ਉਹ ਬੱਚਾ ਸੀ, ਪਰ ਉਸ ਦੀਆਂ ਗੱਲਾਂ ਨੇ ਮੈਨੂੰ ਸ਼ਰਮਸ਼ਾਰ ਕਰ ਦਿੱਤਾ। ਮੈਨੂੰ ਲੱਗਿਆ ਕਿ ਇਹ ਰਾਤ ਨੂੰ ਸਾਡੇ ਕਮਰੇ ਦੇ ਬਾਹਰ ਤਾਂ ਨਹੀਂ ਬੈਠਾ ਸੀ। ਮੈਨੂੰ ਉਹਦੀਆਂ ਗੱਲਾਂ ਸੁਣ ਕੇ ਸ਼ਰਮ ਆਉਣ ਲੱਗੀ। ਸ਼ਾਮ ਨੂੰ ਮੇਰੇ ਪਤੀ ਘਰ ਆਏ ਤੇ ਮੈਂ ਸਾਰਾ ਕੁਝ ਉਹਨਾਂ ਨੂੰ ਦੱਸਿਆ ਕਿ ਅਰਮਾਨ ਮੈਨੂੰ ਇਹ ਸਭ ਇਸ ਤਰ੍ਹਾਂ ਦੇ ਸਵਾਲ ਪੁੱਛਦਾ ਸੀ। ਕਹਿੰਦਾ ਕਿ ਤੁਸੀਂ ਇੰਨੀ ਜਲਦੀ ਕਿਉਂ ਸੌਂ ਗਏ ਸੀ, ਤੁਹਾਡੇ ਕਮਰੇ ਦੀ ਲਾਈਟ ਕਿਉਂ ਬੰਦ ਸੀ, ਵਗੈਰਾ ਵਗੈਰਾ। ਮੇਰੇ ਪਤੀ ਕਹਿਣ ਲੱਗੇ, ਛੋਟੇ ਜਿਹੇ ਬੱਚੇ ਦੇ ਦਿਮਾਗ ਵਿੱਚ ਇੰਨੇ ਸਾਰੇ ਸਵਾਲ, ਪਰ ਮੈਂ ਤੈਨੂੰ ਉਸ ਦਾ ਖਿਆਲ ਰੱਖਣ ਲਈ ਕਿਹਾ ਸੀ। ਤੂੰ ਪਹਿਲੇ ਦਿਨ ਹੀ ਉਸ ਦੀਆਂ ਸ਼ਿਕਾਇਤਾਂ ਕਰਨ ਲੱਗ ਗਈ। ਮੈਂ ਕਿਹਾ, ਮੈਂ ਉਸ ਦੀ ਕੋਈ ਸ਼ਿਕਾਇਤ ਨਹੀਂ ਕਰਦੀ,
ਮੈਂ ਤਾਂ ਇਹ ਕਹਿੰਦੀ ਹਾਂ ਕਿ ਅੱਜ ਕੱਲ੍ਹ ਦੇ ਬੱਚਿਆਂ ਦੇ ਦਿਮਾਗ ਵਿੱਚ ਇਸ ਤਰ੍ਹਾਂ ਦੇ ਸਵਾਲ ਨਹੀਂ ਹੋਣੇ ਚਾਹੀਦੇ। ਮੇਰੇ ਪਤੀ ਕਹਿਣ ਲੱਗੇ, ਮੇਰਾ ਭਾਣਜਾ ਬਹੁਤ ਮਾਸੂਮ ਆ। ਮੈਂ ਤੈਨੂੰ ਉਸਦਾ ਖਿਆਲ ਰੱਖਣ ਲਈ ਕਿਹਾ, ਨਾ ਕਿ ਉਸ ਦੀਆਂ ਕਮਜ਼ੋਰੀਆਂ ਤੇ ਗਲਤੀਆਂ ਲੱਭਣ ਲਈ। ਵਿਚਾਰਾ ਸਾਰਾ ਦਿਨ ਤੇਰੇ ਅੱਗੇ ਪਿੱਛੇ ਘੁੰਮਦਾ ਰਹਿੰਦਾ ਤੇ ਮਾਮੀ ਮਾਮੀ ਕਰਦਾ ਰਹਿੰਦਾ। ਤੂੰ ਉਸਦੇ ਬਾਰੇ ਇਸ ਤਰ੍ਹਾਂ ਸੋਚਦੀ ਆਂ? ਮੈਂ ਹੈਰਾਨ ਹੋ ਗਈ ਕਿ ਮੇਰੇ ਪਤੀ ਮੇਰੇ ਲਈ ਇਸ ਤਰੀਕੇ ਨਾਲ ਗੱਲ ਕਰਦੇ ਆ। ਉਹ ਆਪਣੇ ਭਾਣਜੇ ਨੂੰ ਲੈ ਕੇ ਬਹੁਤ ਜ਼ਿਆਦਾ ਇਮੋਸ਼ਨਲ ਸੀ। ਇਹ ਗੱਲ ਸਮਝਣ ਲਈ ਮੈਨੂੰ ਜ਼ਿਆਦਾ ਟਾਈਮ ਨਹੀਂ ਲੱਗਿਆ, ਕਿਉਂਕਿ ਮੈਂ ਆਪਣੇ ਪਤੀ ਨੂੰ ਖੁਸ਼ ਰੱਖਣਾ ਸੀ। ਫਿਰ ਮੈਂ ਸੋਚਿਆ ਕਿ ਮੈਂ ਕਦੇ ਵੀ ਉਸਦੇ ਸਾਹਮਣੇ ਉਸਦੇ ਭਾਣਜੇ ਦੀ ਕੋਈ ਬੁਰਾਈ ਨਹੀਂ ਕਰਨੀ, ਨਹੀਂ ਤਾਂ ਮੇਰੇ ਪਤੀ ਨੂੰ ਚੰਗਾ ਨਹੀਂ ਲੱਗੇਗਾ। ਉਸ ਤੋਂ ਬਾਅਦ ਮੈਂ ਐਦਾਂ ਦਾ ਕੁਝ ਵੀ ਨਹੀਂ ਕੀਤਾ। ਮੈਂ ਘਰ ਦੇ ਵਿੱਚ ਸਾਰੇ ਕੰਮ ਚੰਗੇ ਤਰੀਕੇ ਨਾਲ ਕਰਦੀ। ਮੈਂ ਕੁਝ ਨਾ ਬੋਲਦੀ, ਕੋਈ ਜਵਾਬ ਵੀ ਨਾ ਦਿੰਦੀ। ਮੇਰੇ ਵਿਆਹ ਨੂੰ ਅਜੇ 1 ਸਾਲ ਵੀ ਪੂਰਾ ਨਹੀਂ ਹੋਇਆ ਸੀ ਕਿ ਮੈਨੂੰ ਬਹੁਤ ਵੱਡਾ ਝਟਕਾ ਲੱਗਿਆ। ਮੇਰਾ ਪਤੀ ਇੱਕ ਐਕਸੀਡੈਂਟ ਵਿੱਚ ਮੈਨੂੰ ਛੱਡ ਕੇ ਚਲਿਆ ਗਿਆ। ਮੇਰਾ ਭਾਣਜਾ ਤੇ ਨਨਾਣ ਉੱਚੀ ਉੱਚੀ ਰੋਣ ਲੱਗੇ ਤੇ ਰੱਬ ਨੂੰ ਕਹਿਣ ਲੱਗੇ ਇਹ ਸਭ ਝੂਠ ਹੋਵੇ, ਪਰ ਮੇਰੇ ਪਤੀ ਇਸ ਦੁਨੀਆ ਤੋਂ ਜਾ ਚੁੱਕੇ ਸੀ। ਇਹ ਦੁੱਖ ਮੇਰੇ ਲਈ ਬਹੁਤ ਵੱਡਾ ਸੀ। ਮੇਰੇ ਮਾਂ-ਪਿਓ ਨੇ ਵੀ ਕਹਿ ਦਿੱਤਾ ਕਿ ਇਹ ਦੁੱਖ ਤੂੰ ਆਪਣੇ ਸਹੁਰੇ ਘਰ ਵਿੱਚ ਹੀ ਪੂਰਾ ਕਰ। ਮੈਂ ਰੋਂਦੀ ਰਹੀ, ਤੜਫਦੀ ਰਹੀ ਤੇ ਮੇਰੀ ਸੱਸ ਮੈਨੂੰ ਕਹਿੰਦੀ ਕਿ ਜਦੋਂ ਦੇ ਤੇਰੇ ਮਨਹੂਸ ਪੈਰ ਸਾਡੇ ਘਰ ਪਏ ਆ, ਸਭ ਕੁਝ ਬਰਬਾਦ ਕਰਕੇ ਰੱਖ ਦਿੱਤਾ। ਮੇਰੇ 4 ਮਹੀਨੇ ਇਹ ਤਾਨੇ ਸੁਣਨ ਵਿੱਚ ਲੰਘ ਗਏ। ਉਸ ਤੋਂ ਬਾਅਦ ਸਮਾਂ ਲੰਘਦਾ ਗਿਆ ਤੇ ਮੈਂ ਇਹ ਸਭ ਸੋਚ ਕੇ ਥੋੜ੍ਹੀ ਜਿਹੀ ਬੇਫਿਕਰ ਸੀ ਕਿ ਮੈਂ ਆਪਣਿਆਂ ਦੇ ਕੋਲ ਚਲੀ ਜਾਵਾਂਗੀ। ਵੈਸੇ ਵੀ ਮੇਰੀ ਜ਼ਿੰਦਗੀ ਵਿੱਚ ਹੁਣ ਖੁਸ਼ ਰਹਿਣ ਲਈ ਕੁਝ ਨਹੀਂ ਰਹਿ ਗਿਆ ਸੀ। ਸਿਰਫ ਮੇਰੇ ਪਾਪਾ ਹੀ ਸੀ ਜੋ ਮੇਰੇ ਆਪਣੇ ਸੀ, ਕਿਉਂਕਿ ਮਤਰੇਈ ਮਾਂ ਤੋਂ ਤਾਂ ਮੈਨੂੰ ਕੋਈ ਉਮੀਦ ਨਹੀਂ ਸੀ। ਇੱਕ ਦਿਨ ਮੇਰੀ ਮਤਰੇਈ ਮਾਂ ਤੇ ਮੇਰੇ ਪਾਪਾ ਮੈਨੂੰ ਵਾਪਸ ਲੈਣ ਆਏ। ਮੇਰੀ ਸੱਸ ਕਹਿਣ ਲੱਗੀ ਕਿ ਅਸੀਂ ਇਸ ਨੂੰ ਵਾਪਸ ਨਹੀਂ ਭੇਜ ਸਕਦੇ। ਮੇਰੇ ਪਾਪਾ ਨੇ ਕਿਹਾ, ਤੁਹਾਡਾ ਮੁੰਡਾ ਤਾਂ ਇਸ ਦੁਨੀਆ ਵਿੱਚ ਨਹੀਂ ਆ, ਹੁਣ ਇਸ ਦਾ ਇੱਥੇ ਕੀ ਕੰਮ? ਮੇਰੀ ਸੱਸ ਕਹਿੰਦੀ, ਇਸ ਦੀ ਵਜ੍ਹਾ ਨਾਲ ਹੀ ਮੇਰਾ ਮੁੰਡਾ ਇਸ ਦੁਨੀਆ ਤੋਂ ਚਲਿਆ ਗਿਆ। ਹੁਣ ਕਮਾਉਣ ਵਾਲਾ ਕੋਈ ਨਹੀਂ ਆ। ਮੇਰੀ ਇੱਕ ਕੁੜੀ ਆ ਜੋ ਵਿਧਵਾ ਅਤੇ ਉਸ ਦਾ ਮੁੰਡਾ ਜੋ ਸਕੂਲ ਵਿੱਚ ਪੜ੍ਹਦਾ, ਤੇ ਹੁਣ ਇਹ ਮੇਰੇ ਮੁੰਡੇ ਦੀ ਜਗ੍ਹਾ ਕੰਮ ਕਰੂਗੀ ਤੇ ਸਾਡਾ ਖਰਚਾ ਚੁੱਕੇਗੀ। ਮੇਰੇ ਪਾਪਾ ਨੇ ਮਨਾ ਕਰ ਦਿੱਤਾ। ਇਸ ਤਰ੍ਹਾਂ ਮੇਰੇ ਪਾਪਾ ਅਤੇ ਸੱਸ ਵਿਚਕਾਰ ਕਾਫੀ ਝਗੜਾ ਹੋਇਆ। ਫਿਰ ਰਿਸ਼ਤੇਦਾਰਾਂ ਨੂੰ ਬੁਲਾਇਆ ਗਿਆ ਅਤੇ ਉਹਨਾਂ ਦੇ ਕਹਿਣ ਅਨੁਸਾਰ ਉਹ ਕਹਿੰਦੇ ਇਸ ਦਾ ਵਿਆਹ ਕਰ ਦਿੱਤਾ ਜਾਵੇ। ਪਰ ਇਸ ਘਰ ਵਿੱਚ ਅਰਮਾਨ ਹੀ ਸੀ ਜਿਸ ਦੇ ਨਾਲ ਮੇਰਾ ਵਿਆਹ ਕਰਨ ਦੀਆਂ ਗੱਲਾਂ ਹੋਣ ਲੱਗੀਆਂ। ਸਾਰੇ ਕਹਿਣ ਲੱਗੇ ਕੀ ਆ ਜੇ ਮੁੰਡਾ ਛੋਟਾ, ਕੁੜੀ ਕਿਹੜਾ 40 ਦੀ ਆ। ਇਸ ਤਰ੍ਹਾਂ ਕਰਨ ਨਾਲ ਹੀ ਇਹ ਇਸ ਘਰ ਵਿੱਚ ਰਹਿ ਸਕਦੀ ਆ। ਪਰ ਮੈਂ ਇਹ ਸਭ ਕੁਝ ਨਹੀਂ ਜਾਣਦੀ ਸੀ। ਮੇਰੀ ਸੱਸ ਨੇ ਮੇਰੇ ਪਾਪਾ ਨੂੰ ਮਨਾ ਲਿਆ ਤੇ ਫਿਰ ਮੇਰੀ ਮਤਰੇਈ ਮਾਂ ਨੇ ਕਿਹਾ ਕਿ ਚਲੋ ਠੀਕ ਆ, ਅਸੀਂ ਇਸ ਨੂੰ ਆਪਣੇ ਘਰ ਨਹੀਂ ਲੈ ਕੇ ਜਾਵਾਂਗੇ। ਦੁਬਾਰਾ ਤਾਂ ਇਸ ਦਾ ਵਿਆਹ ਹੋਣਾ ਨਹੀਂ, ਅਤੇ ਜੇ ਅਸੀਂ ਹੋਰ ਰਿਸ਼ਤਾ ਲੱਭਾਂਗੇ ਤਾਂ ਵਿਧਵਾ ਦੇ ਨਾਲ ਕੌਣ ਵਿਆਹ ਕਰਾਊ? ਇੱਥੇ ਹੀ ਰਹਿਣ ਦਿਓ, ਨਹੀਂ ਤਾਂ ਸਮਾਜ ਗੱਲਾਂ ਬਣਾਊ। ਮੇਰੀ ਮਤਰੇਈ ਮਾਂ ਨੇ ਇੱਦਾਂ ਦੀਆਂ ਅਜੀਬ ਗਰੀਬ ਗੱਲਾਂ ਕਰਕੇ ਮੇਰੇ ਪਾਪਾ ਨੂੰ ਮਨਾ ਲਿਆ। ਉਹ ਮੈਨੂੰ ਉੱਥੇ ਹੀ ਛੱਡ ਕੇ ਚਲੇ ਗਏ। ਕੁਝ ਦਿਨਾਂ ਬਾਅਦ ਮੇਰਾ ਵਿਆਹ ਮੇਰੇ ਭਾਣਜੇ ਨਾਲ ਕਰ ਦਿੱਤਾ, ਜਿਹੜਾ ਮੈਨੂੰ ਮਾਮੀ ਕਹਿੰਦਾ ਸੀ, ਜਿਸ ਨੂੰ ਮੈਂ ਆਪਣਾ ਬੱਚਾ ਸਮਝਦੀ ਸੀ। ਉਹਨਾਂ ਤਾਂ ਮੈਂ ਆਪਣੇ ਪਤੀ ਦੀ ਮੌਤ 'ਤੇ ਨਹੀਂ ਰੋਈ ਜਿੰਨਾ ਇਸ ਗੱਲ ਨੂੰ ਲੈ ਕੇ ਰੋਈ। ਮੈਂ ਬਹੁਤ ਨਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੇਰੀ ਕਿਸੇ ਨੇ ਇੱਕ ਨਾ ਸੁਣੀ। ਮੇਰਾ ਵਿਆਹ ਮੇਰੇ ਭਾਣਜੇ ਨਾਲ ਹੀ ਕਰ ਦਿੱਤਾ। ਫਿਰ ਮੈਂ ਜਿੱਦ ਕੀਤੀ ਕਿ ਮੈਂ ਆਪਣੇ ਕਮਰੇ ਵਿੱਚ ਹੀ ਰਹਿਣਾ, ਪਰ ਮੇਰੀ ਸੱਸ ਅਤੇ ਨਨਾਣ ਮੇਰੇ ਪਿੱਛੇ ਪੈ ਗਈਆਂ ਕਿ ਜੇ ਤੂੰ ਕਮਰੇ ਵਿੱਚ ਨਹੀਂ ਗਈ ਤਾਂ ਫਿਰ ਕੁਝ ਨਾ ਕੁਝ ਹੋ ਜਾਊਗਾ, ਕਿ ਤੂੰ ਦੂਜੇ ਨੂੰ ਵੀ ਮਾਰਨਾ ਚਾਹੁੰਦੀ ਆ। ਅਗਲੇ ਹੀ ਦਿਨ ਮੇਰੀ ਸੱਸ ਨੇ ਮੈਨੂੰ ਕਿਹਾ, ਤੈਨੂੰ ਟਿਊਸ਼ਨ ਪੜ੍ਹਾਉਣਾ ਪਊਗਾ। ਉਹ ਮੁਹੱਲੇ ਦੇ ਬਹੁਤ ਸਾਰੇ ਬੱਚੇ ਇਕੱਠੇ ਕਰ ਲਿਆਈ। ਹੁਣ ਮੈਂ ਰੋਜ਼ 40 ਤੋਂ 50 ਬੱਚਿਆਂ ਨੂੰ ਪੜ੍ਹਾਉਂਦੀ। ਸ਼ਾਮ ਤੱਕ ਮੇਰਾ ਦਿਮਾਗ ਖਰਾਬ ਹੋ ਜਾਂਦਾ, ਬਹੁਤ ਜ਼ਿਆਦਾ ਥੱਕ ਜਾਂਦੀ। ਸਾਰਾ ਦਿਨ ਘਰ ਦੇ ਕੰਮ ਵੀ ਕਰਦੀ। ਇੱਕ ਹਫ਼ਤਾ ਇੱਦਾਂ ਹੀ ਲੰਘ ਗਿਆ। ਮੈਂ ਆਪਣੇ ਭਾਣਜੇ ਦੇ ਕਮਰੇ ਵਿੱਚ ਜਾਣ ਤੋਂ ਘਬਰਾਉਂਦੀ ਸੀ। ਮੈਂ ਚਾਹੁੰਦੀ ਸੀ ਕਿ ਬਸ ਹੁਣ ਮੇਰਾ ਉਸ ਨਾਲ ਰਿਸ਼ਤਾ ਤਾਂ ਕਰਵਾ ਦਿੱਤਾ,
ਉਹ ਆਪਣੇ ਕਮਰੇ ਵਿੱਚ ਰਵੇ ਤੇ ਮੈਂ ਆਪਣੇ ਕਮਰੇ ਵਿੱਚ। ਮੈਂ ਉਸਦੇ ਕਮਰੇ ਵਿੱਚ ਜਾ ਕੇ ਕੀ ਕਰਨਾ, ਪਰ ਸੱਸ ਤਾਂ ਮੇਰੇ ਪਿੱਛੇ ਹੀ ਪੈ ਗਈ। ਇੱਕ ਦਿਨ ਮੈਂ ਇਹ ਵੇਖ ਕੇ ਹੈਰਾਨ ਰਹਿ ਗਈ ਕਿ ਮੇਰਾ ਭਾਣਜਾ ਖੁਦ ਇਹ ਕਹਿੰਦਾ ਪਿਆ ਸੀ ਕਿ ਮੇਰੀ ਪਤਨੀ ਨੂੰ ਮੇਰੇ ਕਮਰੇ ਵਿੱਚ ਭੇਜੋ, ਪਰ ਮੈਨੂੰ ਪਤਾ ਸੀ ਕਿ ਉਹ ਬੱਚਾ। ਮੈਂ ਸੋਚਦੀ ਸੀ ਕਿ ਇਹਨੂੰ ਇਹ ਸਾਰੀਆਂ ਗੱਲਾਂ ਦਾ ਨਹੀਂ ਪਤਾ, ਇਸ ਕਰਕੇ ਉਹ ਇੱਦਾਂ ਦੀਆਂ ਗੱਲਾਂ ਕਰਦਾ ਪਿਆ। ਉਹ ਖੁਸ਼ ਹੁੰਦਾ ਪਿਆ ਕਿ ਉਸਦਾ ਵਿਆਹ ਹੋ ਗਿਆ, ਉਹ ਵੀ ਇੰਨੀ ਜਲਦੀ। ਉਹਦੇ ਲਈ ਇਹ ਸਭ ਕੁਝ ਨਵਾਂ ਸੀ। ਮੈਂ ਬਹੁਤ ਹੈਰਾਨ ਸੀ ਕਿ ਉਹਦੇ ਦਿਮਾਗ ਵਿੱਚ ਇੱਦਾਂ ਦੀਆਂ ਗੱਲਾਂ ਪਹਿਲੇ ਦਿਨ ਤੋਂ ਹੀ ਸੀ। ਕਰਦੇ ਕਰਾਉਂਦੇ ਇੱਕ ਦਿਨ ਮੈਂ ਉਸਦੇ ਕਮਰੇ ਵਿੱਚ ਚਲੀ ਗਈ। ਮੈਂ ਸੋਚਿਆ ਚਲੋ ਬੱਚਾ ਉਸਨੂੰ ਘੂਰ ਕੇ ਸਵਾ ਦਿਉਂਗੀ। ਉਹ ਮੈਨੂੰ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖਦਾ ਰਿਹਾ। ਮੈਂ ਉਸ 'ਤੇ ਰੋਹਬ ਪਾਉਂਦੇ ਹੋਏ ਕਿਹਾ, ਤੂੰ ਮੇਰੀ ਸ਼ਕਲ ਵੱਲ ਦੇਖੀ ਜਾਨਾ, ਇੰਨੀ ਰਾਤ ਹੋ ਗਈ, ਸੌਂ ਜਾ। ਮੈਂ ਉਸ 'ਤੇ ਰੋਹਬ ਜਮਾਉਣ ਦੀ ਕੋਸ਼ਿਸ਼ ਕਰਦੀ ਸੀ, ਪਰ ਥੋੜ੍ਹੀ ਦੇਰ ਬਾਅਦ ਉਸਨੇ ਮੇਰੇ ਮੂੰਹ 'ਤੇ ਥੱਪੜ ਮਾਰਿਆ। ਮੈਂ ਬਹੁਤ ਹੈਰਾਨ ਰਹਿ ਗਈ ਕਿ ਮੈਨੂੰ ਕਹਿਣ ਲੱਗਾ, ਤੈਨੂੰ ਤਮੀਜ਼ ਨਹੀਂ, ਆਪਣੇ ਹਸਬੈਂਡ ਨਾਲ ਕਿਸ ਤਰ੍ਹਾਂ ਗੱਲ ਕਰਦੇ ਆ, ਬਦਤਮੀਜ਼ ਕੁੜੀ ਨਾ ਹੋਵੇ। ਮੈਂ ਉਸਨੂੰ ਕਿਹਾ, ਤੂੰ ਹਜੇ ਜ਼ਮੀਨ ਵਿੱਚੋਂ ਨਿਕਲਿਆ ਨਹੀਂ, ਪਤੀ ਬਣਨ ਨੂੰ ਰੋਂਦਾ ਪਿਆ। ਮੈਂ ਉਸਨੂੰ ਕਿਹਾ, ਤੂੰ ਮੇਰਾ ਪਤੀ ਨਹੀਂ, ਹਾਲੇ ਤੇਰੀ ਉਮਰ ਹੀ ਕੀ ਆ। ਉਹ ਮੈਨੂੰ ਕਹਿਣ ਲੱਗਾ, ਤੂੰ ਮੈਨੂੰ ਪਹਿਲੇ ਦਿਨ ਤੋਂ ਹੀ ਪਸੰਦ ਆ ਗਈ ਸੀ। ਤੈਨੂੰ ਨਹੀਂ ਪਤਾ ਕਿ ਮੈਂ ਤੈਨੂੰ ਪਾਉਣ ਲਈ ਕੀ ਕੁਝ ਕੀਤਾ। ਤੇਰੇ ਕਰਕੇ ਮੈਂ ਆਪਣੇ ਪਿਓ ਵਰਗੇ ਮਾਮੇ ਨੂੰ ਵੀ ਮਾਰ ਦਿੱਤਾ, ਕਿਉਂਕਿ ਮੈਂ ਤੈਨੂੰ ਪਾਉਣਾ ਚਾਹੁੰਦਾ ਸੀ। ਇਹ ਸੁਣ ਕੇ ਮੇਰੀ ਰੂਹ ਕੰਬ ਗਈ ਤੇ ਉਹ ਕਹਿਣ ਲੱਗਾ ਕਿ ਮੈਂ ਆਪਣੇ ਮਾਮੇ ਨੂੰ ਖੁਦ ਮਾਰਿਆ। ਮੈਂ ਆਪਣੇ ਮਾਮੇ ਦੀ ਕਾਰ ਦਾ ਬ੍ਰੇਕ ਫੇਲ ਕਰ ਦਿੱਤਾ ਸੀ, ਜਿਸ ਦੀ ਵਜ੍ਹਾ ਨਾਲ ਉਹ ਥੋੜਾ ਅੱਗੇ ਗਿਆ ਤੇ ਬ੍ਰੇਕ ਕੰਟਰੋਲ ਤੋਂ ਖਤਮ ਹੋ ਗਿਆ, ਜਿਸ ਦੀ ਵਜ੍ਹਾ ਨਾਲ ਉਸ ਦਾ ਐਕਸੀਡੈਂਟ ਹੋ ਗਿਆ। ਪਰ ਸਾਰਿਆਂ ਨੇ ਇਹੀ ਸਮਝਿਆ ਕਿ ਇਹ ਹਾਦਸਾ ਉਹ ਦੁਨੀਆ ਤੋਂ ਚਲਿਆ ਗਿਆ, ਪਰ ਮੈਨੂੰ ਪਤਾ ਸੀ ਕਿ ਇਹ ਇੱਕ ਸੋਚਿਆ ਸਮਝਿਆ ਪਲਾਨ ਆ। ਮੈਂ ਇਹ ਸਭ ਸੁਣ ਕੇ ਹੈਰਾਨ ਰਹਿ ਗਈ। ਉਸਨੇ ਮੇਰੇ ਹਸਬੈਂਡ ਨੂੰ ਮਾਰ ਦਿੱਤਾ, ਜਿਸ ਨੂੰ ਮੈਂ ਬੱਚਾ ਸਮਝਦੀ ਸੀ। ਇਹ ਕੋਈ ਮਾਮੂਲੀ ਬੱਚਾ ਨਹੀਂ ਸੀ, ਬਲਕਿ ਇੱਕ ਸ਼ੈਤਾਨ ਸੀ ਜਿਸ ਨੇ ਆਪਣੇ ਮਾਮੇ ਨੂੰ ਹੀ ਮਾਰ ਦਿੱਤਾ। ਉਸਦਾ ਮਾਮਾ ਉਸਨੂੰ ਕਿੰਨਾ ਪਿਆਰ ਕਰਦਾ ਸੀ, ਉਸਨੂੰ ਆਪਣੇ ਬੱਚੇ ਦੀ ਤਰ੍ਹਾਂ ਸਮਝਦਾ ਸੀ। ਪਰ ਜ਼ਮਾਨਾ ਬਹੁਤ ਬਦਲ ਗਿਆ। ਮੈਨੂੰ ਕੁਝ ਵੀ ਸਮਝ ਨਹੀਂ ਸੀ ਆਉਂਦਾ। ਮੈਂ ਉੱਚੀ ਉੱਚੀ ਰੋਣ ਲੱਗੀ ਤੇ ਰੌਲਾ ਪਾਉਣ ਲੱਗੀ। ਮੈਂ ਸਾਰਿਆਂ ਨੂੰ ਦੱਸਿਆ, ਪਰ ਕਿਸੇ ਨੇ ਵੀ ਮੇਰੀ ਗੱਲ 'ਤੇ ਯਕੀਨ ਨਾ ਕੀਤਾ। ਸਾਰੇ ਕਹਿਣ ਲੱਗੇ, ਅਰਮਾਨ ਆਪਣੇ ਮਾਮੇ ਨੂੰ ਨਹੀਂ ਮਾਰ ਸਕਦਾ, ਤੂੰ ਹੀ ਝੂਠ ਬੋਲਦੀ ਆ, ਕਿਉਂਕਿ ਤੂੰ ਹੀ ਉਸ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਹੁਣ ਮੇਰੇ ਕੋਲ ਇੱਕ ਹੀ ਰਾਹ ਸੀ ਕਿ ਮੈਂ ਖੁਦਕੁਸ਼ੀ ਕਰ ਲਵਾਂ, ਪਰ ਮੈਨੂੰ ਕੋਈ ਮਰਨ ਵੀ ਨਹੀਂ ਦਿੰਦਾ ਸੀ। ਫਿਰ ਜ਼ਿੰਦਗੀ ਇਸੇ ਤਰ੍ਹਾਂ ਬੀਤਣ ਲੱਗੀ। ਮੇਰੇ ਇੱਥੇ ਰੱਬ ਨੇ ਇੱਕ ਮੁੰਡਾ ਦਿੱਤਾ, ਪਰ ਮੈਂ ਇਹ ਸੋਚ ਕੇ ਬਹੁਤ ਦੁਖੀ ਸੀ ਕਿ ਮੇਰੀ ਕਿਸਮਤ ਬਹੁਤ ਮਾੜੀ ਆ। ਮੈਂ ਹੁਣ ਉਸ ਦੀਆਂ ਚਾਲਾਂ ਉਸ 'ਤੇ ਹੀ ਵਰਤਣ ਲੱਗੀ। ਮੇਰੇ ਕੋਲ ਮੋਬਾਈਲ ਸੀ। ਮੈਂ ਉਸ ਤੋਂ ਪਿਆਰ ਨਾਲ ਸਾਰੀਆਂ ਗੱਲਾਂ ਦੁਬਾਰਾ ਦੁਹਰਾਈਆਂ ਤੇ ਆਪਣੇ ਫੋਨ ਵਿੱਚ ਰਿਕਾਰਡ ਕਰ ਲਈਆਂ। ਉਹ ਸਾਰੇ ਸਬੂਤ ਮੈਂ ਪੁਲਿਸ ਨੂੰ ਇਕੱਠੇ ਕਰਕੇ ਦਿੱਤੇ। ਉਹਨਾਂ ਸਬੂਤਾਂ ਦੇ ਆਧਾਰ 'ਤੇ ਉਸ ਨੂੰ ਉਮਰ ਕੈਦ ਹੋ ਚੁੱਕੀ ਆ ਤੇ ਮੇਰੀ ਸੱਸ ਆਪਣੇ ਦੋਤੇ ਦਾ ਇਹ ਦੁੱਖ ਬਰਦਾਸ਼ਤ ਨਾ ਕਰ ਸਕੀ ਤੇ ਰੱਬ ਨੂੰ ਪਿਆਰੀ ਹੋ ਗਈ। ਮੈਂ, ਮੇਰੀ ਨਨਾਣ ਤੇ ਮੇਰਾ ਬੱਚਾ ਘਰ ਵਿੱਚ ਤਿੰਨੋਂ ਇਕੱਠੇ ਰਹਿੰਦੇ ਹਾਂ। ਮੈਂ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦੀ ਹਾਂ ਤੇ ਮੇਰੀ ਜ਼ਿੰਦਗੀ ਇਸੇ ਤਰ੍ਹਾਂ ਹੀ ਗੁਜ਼ਰ ਰਹੀ ਆ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੇ ਨਾਲ ਇਹ ਸਭ ਹੋਊਗਾ, ਪਰ ਫਿਰ ਵੀ ਮੇਰੇ ਨਾਲ ਇਹ ਸਭ ਕੁਝ ਹੋਇਆ। ਮੈਨੂੰ ਆਪਣੇ ਪਹਿਲੇ ਪਤੀ ਦੀ ਬਹੁਤ ਯਾਦ ਆਉਂਦੀ ਆ। ਸੋਚਦੀ ਹਾਂ ਕਿ ਜੇ ਉਹ ਹੁੰਦੇ ਤਾਂ ਇਹ ਸਭ ਕੁਝ ਕਦੇ ਨਾ ਹੁੰਦਾ। ਸੋ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।